अस्सलाम वालेकुम जी। एक नई वीडियो ਦੇ ਨਾਲ ਮੇਰੀ ਤਰਫੋਂ ਸਭ ਨੂੰ ਵਾਰਮ ਵੈਲਕਮ। ਜਿਨ੍ਹਾਂ ਲੋਕਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਦਿਓ, ਲਾਈਕ ਕਰੋ ਤਾਂ ਕਿ ਸਾਡੀ ਹਰ ਆਉਣ ਵਾਲੀ ਨਈ ਵੀਡੀਓ ਤੁਹਾਨੂੰ ਮਿਲਦੀ ਰਹੇ। ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈ ਵੇ ਕਿ ਸਪੇਨ ਦੇ ਵਿੱਚ ਗੋਲਡਨ ਵੀਜ਼ਾ ਕੀ ਹੁੰਦਾ ਹੈ, ਜਾਂ ਅਸੀਂ ਕੋਈ ਵੀ ਜਦੋਂ ਕੋਈ ਪ੍ਰਾਪਰਟੀ ਖਰੀਦਨੇ ਆ ਜਾਂ ਪ੍ਰਾਪਰਟੀ ਤੋਂ ਇਲਾਵਾ ਅਸੀਂ ਕੋਈ ਵੀ ਇਨਵੈਸਟ ਕਰਨੇ ਆ ਕਿਸੇ ਚੀਜ਼ ਵਿੱਚ ਤੇ ਕਿੰਨੇ ਕੁ ਪੈਸੇ ਹੋਣ ਜਾਂ ਕਿਸ ਕਿਸਮ ਦੀ ਇਨਵੈਸਟਮੈਂਟ ਹੋਵੇ। ਤੇ ਅਗਰ ਅਸੀਂ ਸਪੇਨ ਵਿੱਚ ਆ ਤੇ ਸਾਨੂੰ ਕਾਰਡ ਵਗੈਰਾ ਮਿਲ ਜਾਏ, ਜਾਂ ਅਗਰ ਅਸੀਂ ਸਪੇਨ ਤੋਂ ਬਾਹਰ ਆ ਤੇ ਉਸ ਦਾ ਕੀ ਪ੍ਰੋਸੈਸ ਹੈ। ਤੇ ਸਾਡੇ ਨਾਲ ਰਹੋ, ਕੰਪਲੀਟ ਵੀਡੀਓ ਵੇਖੋ ਹੈ। ਤੇ ਇਹਦੇ 'ਚ ਕਈ ਕੈਟਾਗਰੀਜ਼ ਆਉਂਦੀਆਂ ਨੇ ਹੈ। ਇੱਕ ਤਾਂ ਹੈ ਵੀ ਕਿ ਤੁਸੀਂ ਕਿਸੇ ਕਿਸੇ ਚੀਜ਼ ਦੇ ਵਿੱਚ ਪੈਸੇ ਇਨਵੈਸਟਮੈਂਟ ਕੀਤੀ ਹੈ ਤੇ ਉਹਦੇ ਵਿੱਚ ਤਰੀਕਾਕਾਰ ਇਹ ਹੁੰਦਾ ਹੈ ਕਿ ਕਮ ਅਜ਼ ਕਮ ਤੁਹਾਡੇ ਕੋਲ 1 ਮਿਲੀਅਨ ਯੂਰੋ ਹੋਵੇ ਤੇ ਫਿਰ ਤੁਸੀਂ ਇਸ ਪ੍ਰੋਸੈਸ ਨੂੰ ਜੁਆਇਨ ਕਰ ਸਕਦੇ ਹੋ ਹੈ। ਅਗਰ ਇਸ ਤੋਂ ਇਲਾਵਾ ਤੁਸੀਂ ਦੇਖੋ ਤੇ ਅਗਰ ਤੁਸੀਂ ਕਿਸੇ ਪ੍ਰੋਜੈਕਟ 'ਚ ਇਨਵੈਸਟਮੈਂਟ ਨਹੀਂ ਕਰਨੀ, ਲੇਕਿਨ ਤੁਹਾਡੇ ਕੋਲ ਬੈਂਕ 'ਚ ਰੱਖਣ ਵਾਸਤੇ ਜਾਂ ਬੈਂਕ ਵਿੱਚ ਜਿਹੜੇ ਇਨਵੈਸਟਮੈਂਟ ਕਰਦੇ ਨੇ ਨਾ ਬੈਂਕ ਵਾਲੇ ਵੀ ਹੈ, ਉਹਦੇ 'ਚ ਤੁਹਾਡੇ ਕੋਲ ਅਗਰ 1 ਮਿਲੀਅਨ ਯਾਨੀ ਕਿ 10 ਲੱਖ ਯੂਰੋ ਯਾਨੀ ਕਿ 22-23 ਕਰੋੜ ਰੁਪਈਆ ਬਣ ਜਾਂਦਾ ਹੈ। ਤੇ ਉਹ ਕੋਈ ਤੇ ਆਖਣਗੇ ਕਿ ਅਗਰ ਇੰਨੇ ਪੈਸੇ ਹੋਣ ਤੇ ਇੱਥੇ ਆਉਣ ਦੀ ਕਿਹੜੀ ਲੋੜ ਹੈ। ਬਹਰਹਾਲ ਐਨੀ ਹੋ, ਹਰ ਬੰਦੇ ਦੀ ਆਪਣੀ ਆਪਣੀ ਚੁਆਇਸ ਹੁੰਦੀ ਹੈ ਨਾ, ਤੇ ਉਹ ਕਾਨੂੰਨ ਨੂੰ ਜਾਣਨਾ ਹਰ ਬੰਦੇ ਨੂੰ ਚਾਹੀਦਾ ਹੈ। ਤੇ ਉਹਦੇ 'ਚ ਐਵੇਂ ਕਿ ਤੁਸੀਂ ਅਗਰ ਬੈਂਕ ਵਿੱਚ ਵੀ ਇਨਵੈਸਟਮੈਂਟ ਕਰ ਦਿਓ ਤੇ ਜਾਂ ਕੋਈ ਬੰਦਾ ਕਰਨ ਨੂੰ ਤਿਆਰ ਹੋਵੇ ਤੇ ਉਹ ਵੀ 1 ਮਿਲੀਅਨ ਯੂਰੋ ਹੋਵੇ ਤੇ ਉਹ ਵੀ ਪ੍ਰੋਸੈਸ ਸਟਾਰਟ ਕਰ ਸਕਦਾ ਹੈ। ਉਸ ਤੋਂ ਬਾਅਦ ਤੀਸਰਾ ਇੱਕ ਜਿਹੜੀ ਮੇਨ ਚੀਜ਼ ਆਉਂਦੀ ਹੈ ਕਿ ਤੁਸੀਂ ਕੋਈ ਮਕਾਨ ਵਗੈਰਾ ਇੱਥੇ ਖਰੀਦ ਲਓ। ਸਪੇਨ ਦੇ ਵਿੱਚ ਹੈ ਮਕਾਨ ਖਰੀਦਣ ਦਾ ਮਤਲਬ ਹੈ ਵੇ ਕਿ ਤੁਸੀਂ ਫੁੱਲ ਮੁੱਲ ਖਰੀਦ ਲਓ, ਇਨ ਕੈਸ਼ ਖਰੀਦੋ ਹੈ, ਠੀਕ ਹੈ। 1 ਖਰੀਦੋ, 2 ਖਰੀਦੋ, 4 ਖਰੀਦੋ, ਕੋਈ ਵੀ ਪ੍ਰਾਪਰਟੀ ਖਰੀਦ ਲੈਂਦੇ ਹੋ ਤੁਸੀਂ ਇਨ ਕੈਸ਼ ਖਰੀਦੋ। ਬੈਂਕ ਦਾ ਜਿਹੜਾ ਇਪੋਥੇਕ ਹੈ ਉਹ ਇਹਦੇ ਵਿੱਚ ਨਹੀਂ ਆਵੇਗਾ। ਉਹਦੇ ਵਿੱਚ 5 ਲੱਖ ਯੂਰੋ ਦੀ ਇਨਵੈਸਟਮੈਂਟ ਯਾਨੀ ਕਿ 10-10.5 ਕਰੋੜ ਦੀ ਇਨਵੈਸਟਮੈਂਟ ਹੋਵੇ ਤੇ ਤਾਂ ਵੀ ਇਹਨੂੰ ਇਹ ਗੋਲਡਨ ਵੀਜ਼ਾ ਵੀ ਇਹਨੂੰ ਕਹਿੰਦੇ ਨੇ ਹੈ। ਇਹਨੂੰ ਸਪੈਨਿਸ਼ ਵਿੱਚ ਤਰਹੇਤਾ ਦੇ ਇਨਵਰਸੋਰ ਵੀ ਕਹਿੰਦੇ ਨੇ। ਇਹਨੂੰ ਅਪਲਾਈ ਕੀਤਾ ਜਾ ਸਕਦਾ ਹੈ ਵੇ। ਹੁਣ ਸਵਾਲ ਇਹ ਹੁੰਦਾ ਹੈ ਕਿ ਕਿਸ ਤਰ੍ਹਾਂ ਅਪਲਾਈ ਕੀਤਾ ਜਾਏਗਾ। ਇਹਦੇ 'ਚ 2 ਆਪਸ਼ਨਸ ਨੇ ਹੈ ਕਿ ਇੱਕ ਤਾਂ ਬੰਦਾ ਸਪੇਨ 'ਚ ਹੋਵੇ ਤੇ ਇੱਕ ਜਾਂ ਫਿਰ ਉਹ ਆਪਣੇ ਕਿਸੇ ਵੀ ਕੰਟਰੀ ਤੋਂ ਅਪਲਾਈ ਕਰ ਲਿਆ ਜਾਂ ਆਪਣੇ ਹੋਮ ਕੰਟਰੀ ਤੋਂ ਅਪਲਾਈ ਕਰ ਲਿਆ ਹੈ। ਹੁਣ ਸਪੇਨ 'ਚ ਜਿਹਦੇ ਕੋਲ ਇੰਨੇ ਪੈਸੇ ਹੋਣਗੇ ਉਹ ਇਲੀਗਲ ਡੰਕੀ ਲਾ ਕੇ ਤੇ ਆਏ ਨਹੀਂ ਹੋਵੇਗਾ ਨਾ ਜੀ। ਤੇ ਅਗਰ ਕਿਸੇ ਵੀਜ਼ਾ 'ਤੇ ਆਉਂਦਾ ਹੈ ਤੇ ਇੱਥੇ ਆ ਕੇ ਸਪੇਨ 'ਚ ਇਨਵੈਸਟਮੈਂਟ ਕਰਦਾ ਹੈ ਤੇ ਉਹ ਕਰਕੇ ਤੇ ਕੋਈ ਪ੍ਰਾਪਰਟੀ ਖਰੀਦਦਾ ਹੈ ਤੇ ਉਸ ਪ੍ਰਾਪਰਟੀ ਦੀ ਬੇਸ ਉੱਤੇ ਉਹ ਗੋਲਡਨ ਕਾਰਡ ਅਪਲਾਈ ਕਰ ਸਕਦਾ ਹੈ, ਜਾਂ ਉਹਨੂੰ ਤਰਹੇਤਾ ਦੀ ਇਨਵਰਸੋਰ ਕਰ ਲਓ, ਜਾਂ ਆਉਣ ਤੋਂ ਪਹਿਲੇ ਵੀਸਾ ਦੇ ਇਨਵਰਸੋਰ ਕਰ ਲਓ, ਜਾਂ ਉਹਨੂੰ ਗੋਲਡਨ ਵੀਜ਼ਾ ਕਰ ਲਓ ਹੈ। ਤੇ ਜਿਹੜੀ ਤੇ ਨਾਰਮਲ ਚੀਜ਼ਾਂ ਨੇ ਅਗਰ ਉਹ ਆਪਣੇ ਕੰਟਰੀ ਤੋਂ ਅਪਲਾਈ ਕਰ ਰਿਹਾ ਤਾਂ ਉਹਨੂੰ ਸਪੈਨਿਸ਼ ਐਮਬੈਸੀ ਜਾ ਕੇ ਇਹ ਤਰਹੇਤਾ ਇਨਵਰਸੋਰ ਦੀ ਜਿਹੜੀ ਰਿਕੁਆਇਰਮੈਂਟ ਹੋਵੇਗੀ ਉਹ ਪੂਰੀ ਕਰਕੇ ਤੇ ਉੱਥੇ ਅਪਲਾਈ ਕਰਨਾ ਪਵੇਗਾ। ਉਹਨੂੰ 6 ਮਹੀਨੇ ਦਾ ਜਾਂ ਬਾਅਦ ਸੂਰਤਾਂ ਵਿੱਚ 1 ਸਾਲ ਦਾ ਵੀਜ਼ਾ ਦਿੰਦੇ ਨੇ ਹੈ, ਠੀਕ ਹੈ ਜੀ। ਹੈ ਜਦੋਂ ਇੱਥੇ ਆ ਜਾਂਦੇ ਨੇ ਤੇ ਉਹ ਵੀ ਇੱਥੇ ਆ ਕੇ ਵੀ ਮਤਲਬ ਹੈ ਕਿ ਜੋ ਵੀ ਬੰਦਾ ਇੱਥੇ ਆਵੇਗਾ ਉਹ ਇਨਵੈਸਟਮੈਂਟ ਹੋਈ ਹੋਵੇਗੀ ਉਹਦੀ ਬੇਸ ਉੱਤੇ ਉਸ ਬੰਦੇ ਨੂੰ 2 ਸਾਲ ਦਾ ਕਾਰਡ ਲੱਭ ਜਾਏਗਾ, ਜਿਹਨੂੰ ਤਰਹੇਤਾ ਦੇ ਇਨਵਰਸੋਰ ਕਿਹਾ ਜਾਂਦਾ ਹੈ ਜਾਂ ਇਹਨੂੰ ਗੋਲਡਨ ਕਾਰਡ ਵੀ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਕੀ ਹੋਵੇਗਾ, ਕਿਆ ਉਹ ਕੋਈ ਤਰਹੇਤਾ ਰਿਨਿਊ ਹੋਵੇਗਾ, ਉਹਦਾ ਕੀ ਚੱਕਰ ਹੋਵੇਗਾ ਜੀ। ਉਹਦੇ ਵਿੱਚ ਇਹ ਵੇ ਕਿ ਜਦੋਂ ਤੁਸੀਂ 2 ਸਾਲ ਗੁਜ਼ਰ ਜਾਣਗੇ ਤੁਹਾਡੇ ਤੇ ਇਹ ਤਰਹੇਤਾ ਜਿਹੜਾ ਹੈ ਨਾਰਮਲ ਕਾਰਡਾਂ ਤੋਂ ਮੁਖਤਲਿਫ ਹੋਵੇਗਾ। ਜਿਹਦੇ 'ਚ ਕੰਮ ਦੀ ਰਿਕੁਆਇਰਮੈਂਟ ਪੁੱਛਦੇ ਨੇ ਇਹ ਚੀਜ਼, ਉਹਦੇ 'ਚ ਕੱਖ ਨਹੀਂ ਹੋਣਾ। ਉਹਦੇ 'ਚ ਸਿਰਫ ਇਹ ਹੀ ਹੈ ਕਿ ਜਿਹੜੀ ਚੀਜ਼ ਨੇ ਉਹਨੂੰ ਬੁਨਿਆਦ ਦਿੱਤੀ ਹੈ ਤਰਹੇਤਾ ਲੈਣ ਵਾਸਤੇ, ਮਿਸਾਲ ਤੌਰ 'ਤੇ ਉਸਨੇ ਪ੍ਰਾਪਰਟੀ ਦੀ ਬੇਸ 'ਤੇ ਤਰਹੇਤਾ ਲਿਆ ਤੇ ਉਹ ਆਈਏ ਉਹਦੇ ਕੋਲ ਹੋਣੀ ਚਾਹੀਦੀ। ਉਹਨੇ ਖ਼ਤਮ ਨਹੀਂ ਕਰ ਛੜੀ ਕਿ ਤਰਹੇਤਾ ਲਿਆ ਤੇ ਬਾਅਦ 'ਚ ਵੇਚ ਛੜੀ ਨੇ ਕਿ ਕੋਈ ਨਹੀਂ ਹੁਣ ਫਾਇਦਾ ਹੈ। ਜਾਂ ਅਗਰ ਉਹਨੇ ਬੈਂਕ ਡਿਪੋਜ਼ਿਟ ਦੀ ਬੁਨਿਆਦ 'ਤੇ ਲਿਆ ਜਾਂ ਉਹਨੇ ਕਿਸੇ ਹੋਰ ਇਨਵੈਸਟਮੈਂਟ ਦੀ ਬੁਨਿਆਦ 'ਤੇ ਲਿਆ ਤੇ ਉਹ ਇਨਵੈਸਟਮੈਂਟ ਆਈਏ ਮੌਜੂਦ ਹੋਣੀ ਚਾਹੀਦੀ ਹੈ। ਫਿਰ ਉਹਨੂੰ ਕਿੰਨੇ ਸਾਲ ਦਾ ਕਾਰਡ ਮਿਲੇਗਾ, ਉਹਨੂੰ ਫਿਰ 5 ਸਾਲ ਦਾ ਕਾਰਡ ਮਿਲੇਗਾ, ਠੀਕ ਹੈ ਜੀ। ਹੈ ਉਹਦੇ ਵਾਸਤੇ ਮਜ਼ੀਦ ਉਹਨੂੰ ਕੀ ਚਾਹੀਦਾ ਹੁੰਦਾ ਕਿ ਉਹਨੂੰ ਕਮ ਸੇ ਕਮ ਆਪਣੇ ਮੇਦੀ ਉਸਦੇ ਵੀਜ਼ਾ ਹੋਣੇ ਚਾਹੀਦੇ ਨੇ ਕਿ ਮੇਰੇ ਕੋਲ ਪੈਸੇ ਹੈ ਨਹੀਂ, ਮੈਂ ਮਤਲਬ ਸਾਰੀ ਗੱਲ ਅਗਰ ਉਹਨੇ 2-4 ਪ੍ਰਾਪਰਟੀਆਂ ਰੱਖੀਆਂ ਤੇ ਉਹ ਕਿਰਾਏ 'ਤੇ ਵੀ ਛਾੜ ਕੇ ਇਤਨੇ ਕੋ ਪੈਸੇ 'ਤੇ ਕਿਰਾਇਆ ਮਿਲ ਜਾਂਦਾ ਕਿ ਬੰਦਾ ਕਹਿੰਦਾ ਕਿ ਮੈਂ ਜੀ ਆਪਣਾ ਗੁਜ਼ਾਰਾ ਕਰਨ। ਬਾਰਸਲੋਨਾ ਤੁਸੀਂ 2 ਲੱਖ ਤਾਂ 2.5 ਲੱਖ ਦਾ ਕਾਰਡ ਜਿਹੜੇ ਬੰਦੇ ਲੈਂਦੇ ਪਏ ਨੇ ਉਹ 800-900 ਹਜ਼ਾਰ ਤੇ ਈਜ਼ੀਲੀ ਕਿਰਾਏ 'ਤੇ ਚੜ੍ਹ ਜਾਂਦਾ ਹੈ। ਇਨਵੈਸਟਮੈਂਟ ਹੀ ਨਾ ਜੀ ਹੈ। ਬਾਅਦ ਲੋਕ ਇਹਨੂੰ ਇਨਵੈਸਟਰ ਹੁੰਦੇ ਨੇ, ਕਹਿੰਦੇ ਨੇ ਇਨਵੈਸਟ ਕਰੀਏ ਚਲੋ ਅੱਛਾ ਪੈਸਾ ਆ ਜਾਏਗਾ ਨਾ।
ਤੇ ਉਹ ਤੇ ਨਾਲ ਉਹਨਾਂ ਦੀ ਜਿਹੜੀ ਸੈਗੂਰੋ ਮੈਡੀਕੋ, ਠੀਕ ਹੈ ਜੀ, ਇਹ ਮੈਡੀਕਲੀ ਕਵਰ ਹੋਣ, ਇਹ ਦੋ ਤਿੰਨ ਚੀਜ਼ਾਂ ਹੋਣ ਤੇ ਉਹ ਆਪਣਾ ਰਿਨਿਊ ਅਪਲਾਈ ਕਰ ਸਕਦੇ ਨੇ। ਜਿਹੜਾ ਰਿਨਿਊ ਉਹਨਾਂ ਨੂੰ 5 ਸਾਲ ਦਾ ਕਾਰਡ ਮਿਲੇਗਾ। ਜਿਉਂਦੇ ਰਸਤੇ ਰਹੋ ਵਸਦੇ ਰਹੋ। ਹੈ ਨਿੱਕੀ ਜਿਹੀ ਇਨਫੋਰਮੇਸ਼ਨ ਲੱਭੀ ਸੀ, ਮੈਂ ਕਿਹਾ ਚਲੋ ਸ਼ੇਅਰ ਕਰਦੇ ਰਹੀਏ, ਨਾਲੇ ਟੱਚ ਤੁਹਾਡੇ ਨਾਲ ਰਹੀਏ। ਓਕੇ ਜੀ, ਟੇਕ ਕੇਅਰ।